ਹੈਲੋ ਸਟੂਡੈਂਟਸ, ਲੋ ਜੀ ਆਪਾਂ ਆ ਗਏ ਤੁਹਾਡੇ ਕੋਲ ਜਿਹੜਾ ਹੈਗਾ ਪ੍ਰੈਕਟਿਸ ਸੀਰੀਜ਼। ਜਿਹੜਾ ਸਾਡਾ ਪੇਪਰ ਹੈ ਉਹ ਤੀਸਰਾ ਹੈ ਜੀ। ਪਹਿਲੇ ਦੋ ਅਸੀਂ ਕਰ ਲਏ, ਤੁਸੀਂ ਯਾਦ ਵੀ ਕਰ ਲਏ ਹੋਣਗੇ, ਤੁਹਾਡੇ ਕੋਲ ਆਨਸਰ ਵੀ ਟੈਲੀ ਕਰ ਲਏ ਹੋਣਗੇ। ਸੋ ਤੀਜਾ ਵੀ ਸੌਖਾ ਹੀ ਹੈ, ਤੇ ਦੋ ਚਾਰ ਕੁਐਸਚਨ ਛੱਡ ਦਈਏ, ਬਾਕੀ ਈਜ਼ੀ ਹੈ। ਪੈਟਰੋਲੀਅਮ ਪ੍ਰੋਡਕਟ ਯੂਜ਼ ਫॉर ਮੈਟਲਿੰਗ ਦਾ ਰੋਡਸ। ਠੀਕ ਹੈ, ਬਿਟੂਮਿਨ ਹੁੰਦਾ ਜੀ, ਰੋਡ ਬਣਾਉਣ ਲਈ ਯੂਜ਼ ਕੀਤਾ ਜਾਂਦਾ ਹੈਗਾ। ਠੀਕ ਹੈ, ਸੋ ਇਹ ਹੋ ਗਿਆ ਜੀ। ਤੁਹਾਡੇ ਕੋਲ ਕੁਝ ਨਹੀਂ ਹੈਗਾ ਇਸ ਵਿੱਚ। ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਖੇਤੀਬਾੜੀ ਦੀਆਂ ਪद्धਤੀਆਂ ਬਾਰੇ ਦੱਸਿਆ। ਕਿਹੜਾ ਖੇਤੀਬਾੜੀ ਪद्धਤੀ ਨਹੀਂ ਹੈ? ਠੀਕ ਹੈ ਨਾ, ਕਿ ਬੀਜ ਬੀਜਣਾ ਖੇਤੀਬਾੜੀ ਚ ਆਉਂਦਾ, ਖਾਦ ਪਾਉਣਾ ਆਉਂਦਾ, ਵਾਢੀ ਵੀ ਆਉਂਦਾ, ਵੰਡ ਪ੍ਰਣਾਲੀ ਨਹੀਂ ਆਉਂਦਾ। ਡਿਸਟ੍ਰੀਬਿਊਸ਼ਨ ਸਿਸਟਮ ਡਿਪੂ ਤੇ ਹੁੰਦਾ। ਪੀਡੀ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਨਾ, ਪੀਡੀਐਸ ਤੋਂ ਡਿਪੂ ਤੇ ਹੁੰਦਾ। ਵੰਡ ਪ੍ਰਣਾਲੀ ਡਿਪੂ ਤੇ ਹੁੰਦੀ ਹੈ। ਸੋ ਇਸ ਕਰਕੇ ਇਹਦਾ ਪਾਰਟ ਨਹੀਂ ਹੈ, ਕਿਸਾਨ ਦਾ ਪਾਰਟ ਨਹੀਂ ਹੈ ਵੰਡ ਪ੍ਰਣਾਲੀ। ਜਮਾਤ ਵਿੱਚ ਅਧਿਆਪਕ ਨੇ ਵਿਦਿਆਰਥੀਆਂ ਨੂੰ ਅਧਿਆਪਕ ਨੇ ਦੱਸਿਆ ਕਿ ਪੰਜਾਬ ਦੀ ਭੂਮੀ ਦਾ ਜਲ ਪੱਧਰ ਨੀਵਾਂ ਹੁੰਦਾ ਜਾ ਰਿਹਾ। ਇਸ ਸਮੱਸਿਆ ਦਾ ਹੱਲ ਕੀ ਹੈ? ਪਾਣੀ ਬਚਾਓ, ਹੋਰ ਕੀ ਹੱਲ ਹੈ? ਤੁਪਕਾ ਪ੍ਰਣਾਲੀ, ਫੁਹਾਰਾ ਪ੍ਰਣਾਲੀ, ਦੋਨੋਂ ਹੀ ਠੀਕ ਹੈ, ਇਹਨਾਂ ਨਾਲ ਪਾਣੀ ਬਚਦਾ। ਸੋ ਪਾਣੀ ਬਚੇਗਾ ਤਾਂ ਕੁਝ ਹੱਲ ਹੋਏਗਾ। ਠੀਕ ਹੈ ਜੀ। ਸੋ ਮਨੋਜ ਦੇ ਮਾਤਾ ਜੀ ਨੇ ਘਰ ਦੇ ਬਾਹਰ ਕਚਰਾ ਜਿਵੇਂ ਸਬਜ਼ੀਆਂ ਦੇ ਛਿਲਕੇ ਭੋਜਨ ਸੁੱਟਦੇ ਹਨ। ਇਸ ਨਾਲ ਬਦਬੂ ਵੀ ਫੈਲਦੀ ਹੈ, ਗੰਦਾ ਵੀ ਲੱਗਦਾ। ਕੀ ਕਰਨਾ ਚਾਹੀਦਾ ਹੈ? ਜ਼ਮੀਨ 'ਚ ਦੱਬੋ, ਕੰਪੋਸਟ ਬਣਾਓ ਤੁਹਾਡੇ ਕੋਲ। ਠੀਕ ਹੈ ਜੀ। ਸੋ ਕਚਰੇ ਤੋਂ ਕੰਪੋਸਟ ਤਿਆਰ ਕਰਨੀ ਚਾਹੀਦੀ ਹੈ ਜੀ। ਔਰ ਪਲਾਂਟਸ ਇੰਨੇ ਵਧੀਆ ਲੱਗਦੇ ਆ ਨਾ। ਸੋ ਜਿਹੜਾ ਹੈਗਾ ਤੁਹਾਡੇ ਕੋਲ ਠੀਕ ਹੋ ਗਿਆ ਜੀ। ਸੋ ਰੀਮਾ ਦੀ ਵੱਡੀ ਭੈਣ ਨੇ ਉਹਨੂੰ ਦੱਸਿਆ ਵਾਯੂ ਵਿੱਚ ਨਾਈਟ੍ਰੋਜਨ ਦੀ ਸਥਿਰੀਕਰਨ ਕਰਨ ਲਈ ਇੱਕ ਖਾਸ ਵਰਤਾਰਾ ਹੁੰਦਾ ਹੈ। ਸੋ ਆਕਾਸ਼ੀ ਬਿਜਲੀ ਚਮਕਦੀ ਹੈ ਜੀ, ਤਾਂ ਨਾਈਟ੍ਰੋਜਨ ਫਿਕਸੇਸ਼ਨ ਹੁੰਦੀ ਹੈਗੀ ਹੈ, ਤੁਹਾਡੇ ਕੋਲ ਹੈਲਪ ਕਰਦੀ ਆ ਉਹ। ਸੋ ਸੌਖਾ ਹੈ। ਸੁਰੇਸ਼ ਨੂੰ ਪਤਾ ਲੱਗਿਆ ਹਰ ਸਾਲ ਇੱਕ ਫਸਲ ਬਾਰ-ਬਾਰ ਉਗਾਉਣ ਦੀ ਜਗ੍ਹਾ ਤੇ ਵੱਖ-ਵੱਖ ਫਸਲਾਂ ਬਦਲਣੀਆਂ ਚਾਹੀਦੀਆਂ। ਕ੍ਰੌਪ ਰੋਟੇਸ਼ਨ ਕਹਿੰਦੇ, ਫਸਲੀ ਚੱਕਰ। ਕ੍ਰੌਪ ਮਿਕਸਿੰਗ ਨਹੀਂ ਕਹਿਣਾ, ਕ੍ਰੌਪ ਰੋਟੇਸ਼ਨ ਕਹਿਣਾ। ਠੀਕ ਹੈ ਜੀ। ਦੀਪਕ ਨੇ ਜਰਾਬਾਂ ਪਾਉਂਦੇ ਹੋਏ ਦੇਖਿਆ ਜਰਾਬਾਂ ਵਿੱਚ ਇੱਕ ਧਾਗਾ ਬਾਹਰ ਆਇਆ। ਤੋੜਨ ਦੀ ਕੋਸ਼ਿਸ਼ ਕੀਤੀ ਪਰ ਧਾਗਾ ਨਹੀਂ ਟੁੱਟਿਆ, ਕਿਉਂਕਿ ਹਾਰਡ ਹੈ ਧਾਗਾ। ਕਾਹਦਾ ਧਾਗਾ ਬਣਦਾ ਹੈ? ਨਾਈਲੋਨ ਦਾ ਬਣਦਾ ਜੀ ਤੁਹਾਡੇ ਕੋਲ। ਸੋ ਨਾਈਲੋਨ ਦਾ ਧਾਗਾ ਬਣਿਆ ਹੋਇਆ ਜੀ, ਇਸ ਕਰਕੇ ਟੁੱਟਦਾ ਵੀ ਨਹੀਂਗਾ। ਠੀਕ ਹੈ ਜੀ। ਪੀਈਟੀ ਨੂੰ ਕਹਿੰਦੇ ਪਾਲੀ ਇਥਾਈਲਿਨ ਟੈਰਾਫਥਲਾਈਟ ਹੁੰਦਾ ਜੀ ਇਹ। ਸੋ ਆਹ ਵਾਲੀ ਚੀਜ਼ ਹੈ, ਪੋਲੀ ਇਥਾਈਲਿਨ ਟੈਰਾਫਥਲਾਈਟ। ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਜੀ, ਈਜ਼ੀ ਹੈ, ਨੇਮ ਯਾਦ ਰੱਖਣਾ। ਪਦਾਰਥ ਕਠੋਰ ਵੀ ਹੋਣ, ਚਮਕੀਲੇ ਵੀ ਹੋਣ, ਕੁਟੀਣਯੋਗ ਵੀ ਹੋਣ, ਧੁਨਿਕ ਹੋਣ। ਇਹਦਾ ਮਤਲਬ ਪਦਾਰਥ ਧਾਤਾਂ ਹੀ ਹੋਣਗੀਆਂ ਇਹ। ਸੋ ਧਾਤਾਂ। ਠੀਕ ਹੈ ਜੀ। ਸੋ ਇਹ ਵੀ ਈਜ਼ੀ ਹੈ। ਕਾਜਲ ਨੇ ਦੇਖਿਆ ਕਿ ਤਾਂਬੇ ਦੀ ਗੜਵੀ ਉੱਪਰ ਹਰੇ ਰੰਗ ਦੀ ਪਰਤ ਚੜੀ ਜਾਂਦੀ ਹੈ। ਠੀਕ ਹੈ ਜੀ। ਇਹ ਬੇਸਿਕ ਕਾਪਰ ਕਾਰਬੋਨੇਟ ਹੁੰਦਾ। ਸੋ ਬੇਸਿਕ ਕਾਪਰ ਕਾਰਬੋਨੇਟ ਆਏ ਤੁਹਾਡੇ ਕੋਲ। ਠੀਕ ਹੈ ਜੀ। ਸੋ ਇਹ ਯਾਦ ਰੱਖਣਾ ਜੀ, ਕਾਪਰ ਦੀ ਕਿਸੇ ਵੀ ਚੀਜ਼ ਤੇ ਹਰੇ ਰੰਗ ਦੀ ਪਰਤ ਚੜੇ ਤਾਂ ਬੇਸਿਕ ਕਾਪਰ ਕਾਰਬੋਨੇਟ ਵੀ ਜਿਹੜਾ ਹੈਗਾ ਹੀ ਆਨਸਰ ਦੇਣਾ ਹੈਗਾ ਤੁਹਾਡੇ ਕੋਲ। ਸੋ ਈਜ਼ੀ ਹੈ ਜੀ, ਕੁਐਸਚਨ ਬੜਾ ਆਰਾਮ ਨਾਲ ਹੋ ਜਾਂਦਾ। ਸ਼ਾਮ ਨੇ ਅਖਬਾਰ ਵਿੱਚ ਪੜ੍ਹਿਆ ਕਿ ਰਾਤੀ ਕੁਝ ਲੋਕਾਂ ਦੀ ਮੌਤ ਅੰਗੀਠੀ ਜਲਾਉਣ ਕਰਕੇ ਹੋ ਗਈ। ਮੈਂ ਪਹਿਲੀਆਂ ਸ਼ੀਟਾਂ ਵਿੱਚ ਵੀ ਦਿੱਤਾ। ਤਾਂ ਅਗਰ ਅੰਗੀਠੀ ਜਲਾਉਂਦੇ ਹੋ ਤਾਂ ਕਾਰਬਨ ਮੋਨੋਆਕਸਾਈਡ ਗੈਸ ਨਿਕਲਦੀ ਹੈ। ਇਹ ਜਿਹੜਾ ਤੁਹਾਡਾ ਹੀਮੋਗਲੋਬਿਨ ਹੈ ਨਾ, ਉਹਨੂੰ ਕਾਰਬੋਕਸੀ ਹੀਮੋਗਲੋਬਿਨ 'ਚ ਬਣਾ ਦਿੰਦੀ। ਕਾਰਬੋਕਸੀ ਹੀਮੋਗਲੋਬਿਨ ਤੁਹਾਡੀ ਬਾਡੀ 'ਚ ਹੁੰਦਾ ਹੀਮੋਗਲੋਬਿਨ। ਜਦੋਂ ਕਾਰਬੋਕਸੀ ਹੀਮੋਗਲੋਬਿਨ ਬਣ ਜਾਂਦਾ ਤਾਂ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ। ਤਾਂ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਦਿਮਾਗ ਨੂੰ। ਕਿਹਨੂੰ? ਦਿਮਾਗ ਨੂੰ। ਜੇ ਦਿਮਾਗ ਨੂੰ ਸਪਲਾਈ ਨਾ ਹੋਈ ਆਕਸੀਜਨ ਦੀ, ਮਾਰੇਗਾ ਹੀ ਬੰਦਾ। ਠੀਕ ਹੈ ਜੀ। ਸੋ ਇਹ ਖਿਆਲ ਰੱਖਣਾ, ਕਿਉਂਕਿ ਅੱਜ ਇਹ ਪੁੱਛ ਰਹੇ ਨੇ ਕਿ ਕਾਰਬਨ ਅੱਗੇ ਕੱਲ੍ਹ ਨੂੰ ਪੁੱਛ ਲੈਣ ਕਿ ਬੰਦੇ ਦੀ ਮੌਤ ਕਿਸ ਕਰਕੇ ਹੁੰਦੀ ਹੈ, ਤਾਂ ਤੁਹਾਨੂੰ ਪਤਾ ਹੋਵੇ ਜੀ ਕਾਰਬੋਕਸੀ ਹੀਮੋਗਲੋਬਿਨ ਕਰਕੇ ਹੁੰਦੀ ਹੈਗੀ ਹੈ। ਠੀਕ ਹੈ ਜੀ। ਸੋ ਅਧਿਆਪਕ ਨੇ ਤੀਲਾਂ ਦੀ ਡੱਬੀ ਦਾ ਪੁੱਛਿਆ ਕਿ ਤੀਲਾਂ ਦੀ ਡੱਬੀ ਦੀ ਸਤ੍ਹਾ ਉੱਤੇ ਮੁੱਖ ਰਸਾਇਣਿਕ ਕਿਹੜਾ ਹੁੰਦਾ? ਫਾਸਫੋਰਸ ਹੁੰਦਾ ਜੀ ਸਤ੍ਹਾ ਦੇ ਉੱਤੇ। ਠੀਕ ਹੈ ਜੀ। ਗੀਤਾ ਚੁੱਲ੍ਹੇ ਤੇ ਰੋਟੀ ਬਣਾ ਰਹੀ ਸੀ ਤੇ ਕਾਲੇ ਰੰਗ ਦਾ ਪਦਾਰਥ ਹੋਈ। ਕੋਈ ਵੀ ਚੀਜ਼ ਸੜੂਗੀ ਕਾਲੇ ਪਦਾਰਥ 'ਚ ਹੋਊਗੀ। ਕਾਲਾ ਪਦਾਰਥ ਕਾਰਬਨ ਕਰਕੇ ਹੁੰਦਾ। ਠੀਕ ਹੈ। ਸੋ ਜਿਹੜਾ ਹੈਗਾ ਤੁਹਾਡੇ ਕੋਲ ਕਾਲੇ ਪਦਾਰਥ ਵੀ ਬਦਲ ਜਾਂਦਾ, ਉਸਨੂੰ ਕੀ ਆਖਦੇ ਹਨ? ਕਾਰਬਨ। ਤੋ ਸੀਮਾ ਨੇ ਅਖਬਾਰ ਵਿੱਚ ਪੜ੍ਹਿਆ ਕਿ ਪਰਿਵਾਰ ਬੰਦ ਕਮਰੇ ਵਿੱਚ ਬਲਦੇ ਅਚੇਤ ਹੋ ਗਿਆ। ਪਰਿਵਾਰ ਕੋਲੋਂ ਪੁੱਛਿਆ ਤਾਂ ਉਹਨਾਂ ਨੇ ਜ਼ਹਿਰੀਲੀ ਗੈਸ ਪੈਦਾ ਹੋਈ ਸੀ। ਸੇਮ ਕੁਐਸਚਨ ਰਿਪੀਟ ਹੋ ਗਿਆ, ਕਾਰਬਨ ਮੋਨੋਆਕਸਾਈਡ। ਸੋ ਕਾਰਬਨ ਮੋਨੋਆਕਸਾਈਡ ਪਿਛਲਾ ਕੁਐਸਚਨ ਰਿਪੀਟ ਹੋ ਗਿਆ ਵਾਲਾ। ਠੀਕ ਹੈ। ਉਹ ਅਖਬਾਰ 'ਚ ਪੜ੍ਹਿਆ ਅੰਗੀਠੀ ਜਲਾਉਣ ਨਾ ਹੋ ਗਿਆ। ਇਹ ਹੋ ਗਿਆ ਕਿ ਅਧਿਆਪਕ ਨੇ ਜ਼ਹਿਰੀਲੀ ਗੈਸ ਪੈਦਾ ਹੋਈ। ਠੀਕ ਹੋ ਗਿਆ ਜੀ। ਸੋ ਜਿਹੜਾ ਹੈਗਾ ਤੁਹਾਡੇ ਕੋਲ ਗਗਨਦੀਪ ਨੇ ਇੱਕ ਨਿਸ਼ਚਿਤ ਪਾਣੀ ਦੀ ਮਾਤਰਾ ਨੂੰ 1 ਕਿਲੋਗ੍ਰਾਮ ਗਾਂ ਦੇ ਗੋਹੇ ਅਤੇ ਇੰਨੇ ਕੋਲੇ ਗਰਮ ਕੀਤਾ। ਵੇਖਿਆ ਕੋਲੇ ਨਾਲ ਪੈਦਾ ਹਰਮੀ
ठीक है, पैदा हुई गर्मी गाਂ ਦੇ ਗੋਹੇ ਨਾਲੋਂ ਜ਼ਿਆਦਾ ਹੈ। ਇਸ ਤਰ੍ਹਾਂ ਕਿਉਂ? ਉਹਦੀ ਕੈਲੋਰੀਫਿਕ ਵੈਲਿਊ ਜ਼ਿਆਦਾ ਹੈਗੀ ਹੈ ਤੁਹਾਡੇ ਕੋਲ। ਸੋ ਜਿਹੜਾ ਹੈਗਾ ਤੁਹਾਡੇ ਕੋਲ ਯੂਨਿਟ ਬਾਲਣ ਨਾਲ ਜਿਹੜੀ ਹੀਟ ਨਿਕਲਦੀ ਹੈ ਉਹਨੂੰ ਕੈਲੋਰੀਫਿਕ ਵੈਲਿਊ ਕਹਿੰਦੇ ਨੇ। ਸੋ ਕੈਲੋਰੀਫਿਕ ਵੈਲਿਊ ਜ਼ਿਆਦਾ ਹੋਏਗੀ, ਠੀਕ ਹੈ ਜੀ। ਸੋ ਇਹ ਖਿਆਲ ਰੱਖਣਾ ਜੀ ਤੁਹਾਡੇ ਕੋਲ। ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਮੌਜੂਦਾ ਸਮੇਂ ਵਿੱਚ ਰਸੋਈ ਲਈ ਸਭ ਤੋਂ ਵਧੀਆ ਬਾਲਣ। ਸਭ ਤੋਂ ਵਧੀਆ ਬਾਲਣ ਤਾਂ ਜੀ ਬਾਇਓਗੈਸ ਹੈ, ਠੀਕ ਹੈ। ਹੁਣ ਬੰਦਾ ਕਹਿੰਦਾ ਜੀ ਬਾਇਓਗੈਸ ਹੈਗਾ ਤੁਹਾਡੇ ਕੋਲ, ਪਿੰਡਾਂ ਵਿੱਚ ਬਾਇਓਗੈਸ ਯੂਜ਼ ਹੁੰਦੀ ਹੈ ਜੀ। ਪਹਿਲੀ ਚੀਜ਼ ਤਾਂ ਕਲੀਨ ਫਿਊਲ ਹੈ, ਦੂਜੀ ਗੱਲ ਹੈ ਇਹ ਮੋਰ ਸੇਫਰ ਦੈਨ LPG ਹੈਗਾ ਤੁਹਾਡੇ ਕੋਲ। ਸਭ ਤੋਂ ਮੇਨ ਚੀਜ਼ ਪਤਾ ਕੀ ਹੈ? ਮੋਰ ਸੇਫਰ ਦੈਨ LPG, ਠੀਕ ਹੈ। ਮੋਰ ਸੇਫਰ ਦੈਨ LPG ਦਾ ਮਤਲਬ ਕੀ ਹੋਇਆ? ਇਹ ਬਈ ਸੁਰੱਖਿਅਤ ਜ਼ਿਆਦਾ ਹੈ, ਸੁਰੱਖਿਅਤ ਜ਼ਿਆਦਾ ਹੈ। ਫਿਰ ਕਲੀਨ ਫਿਊਲ ਹੈ, ਬਹੁਤ ਜ਼ਿਆਦਾ ਹਾਰਮਫੁਲ ਗੈਸਾਂ ਨਹੀਂ ਛੱਡਦਾ। ਤੋ ਪਰ ਜਿਹੜਾ ਹੈਗਾ ਕਿਉਂਕਿ ਕਮਰਸ਼ੀਅਲ ਲੈਵਲ ਤੇ ਇੰਨੀ ਜ਼ਿਆਦਾ ਪ੍ਰੋਡਕਸ਼ਨ ਨਹੀਂ ਹੋ ਰਹੀ, ਆਪਾਂ ਨੂੰ ਕਾਓ ਡੰਗ ਚਾਹੀਦਾ ਹੁੰਦਾ, ਗੋਬਰ ਚਾਹੀਦਾ ਹੁੰਦਾ। ਪਿੰਡਾਂ ਵਿੱਚ ਜਿਨ੍ਹਾਂ ਨੇ ਗੋਬਰ ਗੈਸ ਪਲਾਂਟ ਲਾਏ ਹੋਏ ਨੇ ਉਹਨਾਂ ਦੀ ਸਾਰੀ ਸਪਲਾਈ ਗੈਸ ਦੀ ਇਹੀ ਹੁੰਦੀ ਹੈ। ਤੋ ਬੈਸਟ ਫਿਊਲ ਦੱਸਣਾ ਆਪਾਂ ਤਾਂ ਇਹੀ ਹੈ, ਠੀਕ ਹੈ। ਪਰ ਕਮਰਸ਼ੀਅਲ ਲੈਵਲ ਤੇ ਯੂਜ਼ ਆਪਾਂ LPG ਕਰਦੇ ਹਾਂ। ਸੋ ਜਿਹੜਾ ਹੈਗਾ ਪਿਛਲੇ ਕਹਿੰਦਾ ਉਮੇਸ਼ ਪਿਛਲੇ ਹਫਤੇ ਧਰਮਸ਼ਾਲਾ ਵਿਖੇ ਘੁੰਮਣ ਗਿਆ, ਉਹਨੇ ਦੇਵਦਾਰ ਝੀਲ ਦੇ ਪੌਦੇ ਦੇਖੇ। ਕੁਝ ਖਾਸ ਤਰ੍ਹਾਂ ਦੇ ਜੀਵ ਜੰਤੂ, ਜਿਹੜੇ ਖਾਸ ਤਰ੍ਹਾਂ ਦੇ ਜੀਵ ਜੰਤੂ ਕਿਸੇ ਖਾਸ ਸਥਾਨ ਤੇ ਮਿਲਦੇ ਨੇ ਉਹਨੂੰ ਖਾਸ ਸਥਾਨਕ ਪ੍ਰਜਾਤੀਆਂ ਕਹਿੰਦੇ ਆ ਆਪਾਂ ਤੁਹਾਡੇ ਕੋਲ, ਠੀਕ ਹੈ ਜੀ। ਸਤਪੁੜਾ ਨੈਸ਼ਨਲ ਪਾਰਕ ਵਿੱਚ ਖਤਰੇ ਦੇ ਕਗਾਰ ਤੇ ਸ਼ੇਰ, ਹਾਥੀ, ਜੰਗਲੀ ਬਾਰਾਸਿੰਗਾ ਸਾਰੇ ਹੀ ਹੈਗੇ ਨੇ ਜੀ ਇਹ। ਸੋ ਪਹਿਲੀ ਆਪਸ਼ਨ ਹੀ ਆ ਜਾਏਗੀ ਤੁਹਾਡੇ ਕੋਲ, ਠੀਕ ਹੈ। ਤੋ ਇੱਥੇ ਉਹਨੇ ਸ਼ੇਰ ਲਿਖਿਆ, ਉੱਥੇ ਉਹਨੇ ਟਾਈਗਰ ਲਿਖਿਆ ਹੋਇਆ ਤੁਹਾਡੇ ਕੋਲ, ਠੀਕ ਹੈ ਜੀ। ਇੱਥੇ ਬਾਘ ਲਿਖਿਆ, ਇੱਥੇ ਲੈਪਰਡ ਲਿਖਿਆ। ਇਹ ਇੰਗਲਿਸ਼ ਠੀਕ ਨਹੀਂ ਹੈਗੀ ਤੁਹਾਡੇ ਕੋਲ। ਸ਼ੇਰ ਆਊਗਾ ਤਾਂ ਲਾਇਨ ਆਊਗਾ, ਆਪਸ਼ਨ ਆਹੀ ਹੈ, ਠੀਕ ਹੈ। ਇੱਥੇ ਲੈਪਰਡ ਹੈ ਅਸਲ 'ਚ, ਸ਼ੇਰ ਨਹੀਂ ਹੈ, ਸ਼ੇਰ ਨਹੀਂ ਹੈ, ਲੈਪਰਡ ਹੈ। ਪਰ ਫਿਰ ਆਪਾਂ ਆਪਸ਼ਨਾਂ ਚੇਂਜ ਹੋ ਜਾਂਦੀਆਂ ਨੇ, ਪਰ ਜੇ ਤੁਸੀਂ ਅਸਲੀ ਆਪਸ਼ਨ 'ਚ ਦੇਖੋਗੇ ਉਰੇ ਬਾਘ ਨੂੰ ਟਾਈਗਰ ਕਹਿੰਦੇ, ਉਰੇ ਲੈਪਰਡ ਹੈ। ਲੈਪਰਡ ਜਿਹੜਾ ਹੁੰਦਾ ਉਹ ਤੇਂਦੂਆ ਹੁੰਦਾ, ਸੋ ਬਾਘ ਨਹੀਂ ਹੈ, ਤੇਂਦੂਆ ਹੈ। ਤੇ ਉਰੇ ਵੀ ਸ਼ੇਰ ਨਹੀਂ ਹੋਏਗਾ, ਉਰੇ ਵੀ ਤੇਂਦੂਆ ਹੀ ਹੋਏਗਾ। ਸੋ ਆਪਸ਼ਨ ਆਹੀ ਹੈ ਜੀ ਤੁਹਾਡੇ ਕੋਲ, ਬਟ ਟਾਈਗਰ ਮੈਨੇ ਬਾਘ ਹੁੰਦਾ। ਸੋ ਮਤਲਬ ਲਿਖਣ 'ਚ ਹੀ ਫਰਕ ਹੈ ਤੁਹਾਡੇ ਕੋਲ। ਸੈੱਲ ਦੇ ਕੇਂਦਰ ਵਿੱਚ ਧਾਗੇ ਵਰਗੀਆਂ ਸੰਰਚਨਾਵਾਂ ਨੂੰ ਕ੍ਰੋਮੋਸੋਮ ਕਹਿੰਦੇ ਆ ਜੀ, ਧਾਗੇ ਵਰਗੀਆਂ ਸੰਰਚਨਾਵਾਂ ਨੂੰ। ਮੁੱਖ ਅੰਤਰ ਕੀ ਹੈਗਾ ਤੁਹਾਡੇ ਕੋਲ? ਸੋ ਮੁੱਖ ਅੰਤਰ ਹੈ ਕੇਂਦਰੀ ਝਿੱਲੀ ਇਹਦੇ ਵਿੱਚ ਹੁੰਦੀ ਹੈ, ਪ੍ਰੋਕੈਰੀਓਟਸ ਨਹੀਂ ਹੁੰਦੀ ਤੁਹਾਡੇ ਕੋਲ। ਸੋ ਆਹ ਮੁੱਖ ਅੰਤਰ ਹੈ, ਵੈਲ ਆਰਗੇਨਾਈਜ਼ਡ ਨਿਊਕਲਸ ਔਰ ਨਿਊਕਲਸ ਮੈਂਬਰੇਨ, ਠੀਕ ਹੈ। ਸੋ ਜਿਹੜਾ ਹੈਗਾ ਤੁਹਾਡੇ ਕੋਲ ਅਧਿਆਪਕ ਨੇ ਦੱਸਿਆ ਕਿ ਨਿਸ਼ੇਚਨ ਕਿਰਿਆ ਲਿੰਗੀ ਪ੍ਰਜਨਨ ਵਿੱਚ ਪਾਈ ਜਾਂਦੀ ਹੈ। ਕਿਰਿਆ ਨਿਸ਼ੇਚਨ ਕਿਰਿਆ ਦਾ ਕਿਹੜਾ ਕਥਨ ਸਹੀ ਹੈ? ਨਿਸ਼ੇਚਨ ਮਾਦਾ ਅਤੇ ਯੁਗਮਕ ਦਾ ਸੰਯੋਜਨ ਹੁੰਦਾ ਹੈ, ਫਿਊਜ਼ਨ ਆਫ ਫੀਮੇਲ ਗੈਮੇਟ, ਠੀਕ ਹੈ। ਸਿੱਟੇ ਵਜੋਂ ਯੁਗਮਜ ਬਣਦਾ ਹੈ। ਸੋ ਦੋਨੋਂ ਚੀਜ਼ਾਂ ਹੀ ਠੀਕ ਹੈ, ਠੀਕ ਹੈ। ਸੋ ਅੱਗੇ ਦੇਖੋ ਜੀ, ਕਹਿੰਦਾ ਪ੍ਰਜਨਨ ਤੋਂ ਭਾਵ ਹੈ ਆਪਣੇ ਵਰਗੇ ਹੋਰ ਜੀਵਾਂ ਨੂੰ ਪੈਦਾ ਕਰਨਾ। ਪ੍ਰਜਨਨ ਕਿਰਿਆ ਦਾ ਪਹਿਲਾ ਪੜਾਅ ਕੀ ਹੈ? ਨਿਸ਼ੇਚਨ ਹੁੰਦਾ, ਫਰਟੀਲਾਈਜੇਸ਼ਨ, ਠੀਕ ਹੈ ਜੀ। ਸੋ ਕਿਹੜੇ ਗੁਣਾਂ ਕਾਰਨ ਆਦਮੀ ਅਤੇ ਔਰਤ ਇੱਕ ਦੂਜੇ ਤੋਂ ਭਿੰਨ ਹੁੰਦੇ ਹਨ? ਸੈਕੰਡਰੀ ਸੈਕਸੁਅਲ ਕਰੈਕਟਰਿਸਟਿਕਸ, ਠੀਕ ਹੈ ਜੀ। ਫਿੰਸੀ ਮੁਹਾਸੇ ਚਿਹਰੇ ਤੇ ਕਾਹਦੇ ਹੈ? ਤੇਲ ਰਸਾਓ ਗ੍ਰੰਥੀਆਂ ਹੁੰਦੀਆਂ ਜੀ। ਸੋ ਸਿੱਧੇ ਯਾਦ ਕਰਨ ਵਾਲੇ 'ਚ ਸਮਝ ਵਾਲਾ ਕੁਛ ਹੈ ਹੀ ਨਹੀਂਗਾ ਜੀ। ਨਰ ਅਤੇ ਨਰ ਵਿੱਚ ਮੌਜੂਦ ਹਾਰਮੋਨ ਜਿਹੜਾ ਕਿਸ਼ੋਰ ਅਵਸਥਾ ਦੁਆਰਾ ਸੈਕੰਡਰੀ ਲਿੰਗੀ ਗੁਣਾਂ ਨੂੰ ਨਿਰਧਾਰਿਤ ਕਰਦਾ ਹੈ, ਟੈਸਟੋਸਟੇਰੋਨ, ਠੀਕ ਹੈ ਜੀ। ਸੋ ਇਹ ਈਜ਼ੀ ਹੈ ਜੀ ਕੁਐਸਚਨ, ਪਰ ਯਾਦ ਸਿੱਧੇ ਹੀ ਕਰਨੇ ਪੈਣੇ, ਕੁਛ ਹੈ ਨਹੀਂਗਾ ਤੁਹਾਡੇ ਕੋਲ ਇਹਦੇ ਵਿੱਚ। ਕਹਿੰਦਾ ਮੋਨੀ ਦਾ ਭਰਾ ਦਰਜੀ ਹੈ, ਉਹਦੀ ਦੁਕਾਨ ਤੇ ਗਈ ਕੰਮ ਕਰ ਰਿਹਾ ਸੀ। ਕੈਂਚੀ ਨਾਲ ਕੱਪੜੇ ਨਖੇੜਨਾ ਸ਼ੁਰੂ ਕਰ ਦਿੱਤਾ, ਪਰ ਕੈਂਚੀ ਕੰਮ ਨਹੀਂ ਦੱਸੇ। ਕੈਂਚੀ ਦੇ ਬਲੇਡ ਖੁੰਡੇ ਹਨ। ਹੁਣ ਬਲੇਡ ਖੁੰਡੇ ਹਨ, ਅਗਰ ਬਲੇਡ ਖੁੰਡੇ ਹੋ ਗਏ ਤਾਂ ਏਰੀਆ ਮੋਰ ਹੋ ਗਿਆ, ਏਰੀਆ ਵੱਧ ਗਿਆ, ਖੇਤਰਫਲ ਵੱਧ ਗਿਆ। ਫੋਰਸ ਪਰ ਯੂਨਿਟ ਏਰੀਏ ਨੂੰ ਅਸੀਂ ਪ੍ਰੈਸ਼ਰ ਕਹਿੰਦੇ। ਸੋ ਜੇ ਏਰੀਆ ਵੱਧ ਹੋਏਗਾ ਤਾਂ ਪ੍ਰੈਸ਼ਰ ਘੱਟ ਹੋਏਗਾ ਤੁਹਾਡੇ ਕੋਲ, ਠੀਕ ਹੈ ਜੀ। ਤੋ ਇਹ ਕਹਿ ਕੇ ਰਿਹਾ ਤੁਹਾਡੇ ਕੋਲ, ਆਪਾਂ ਕੁਐਸਚਨ ਦੇਖੀਏ ਕਿ ਆਪਾਂ ਕੀ ਕਹਿ ਰਹੇ। ਸੋ ਪ੍ਰੈਸ਼ਰ ਘੱਟ ਹੋਏਗਾ ਜੇ ਏਰੀਆ ਆਪਾਂ ਜ਼ਿਆਦਾ ਲਵਾਂਗੇ ਤੁਹਾਡੇ ਕੋਲ। ਤਾਂ ਉਹਨੇ ਕੁਐਸਚਨ ਕੀ ਕੀਤਾ ਆਪਾਂ ਦੇਖੀਏ ਤੁਹਾਡੇ ਪਾਸ, ਖੁੰਡੇ ਬਲੇਡਾਂ ਤੇ ਦਬਾਅ ਤਿੱਖੇ ਬਲੇਡਾਂ ਨਾਲੋਂ, ਠੀਕ ਹੈ। ਖੁੰਡੇ ਬਲੇਡ ਨਾਲ ਹੁਣ ਦਬਾਅ ਜਿਹੜਾ ਹੋਊਗਾ ਤੁਹਾਡੇ ਕੋਲ
ਦੇਖੋ ਸਿੰਪਲ ਜੀ ਗੱਲ ਹੈ, ਇਸ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ। ਤੁਹਾਡੇ ਕੋਲ ਮੋਹਿਨੀ ਦਾ ਭਰਾ ਦਰਜੀ ਹੈ, ਉਹ ਦੁਕਾਨ ਤੇ ਗਈ, ਉਹ ਉੱਥੇ ਕੰਮ ਕਰ ਰਿਹਾ ਸੀ। ਮੋਹਿਨੀ ਨੇ ਕੈਂਚੀ ਨਾਲ, ਠੀਕ ਹੈ, ਕੈਂਚੀ ਨਾਲ ਜਿਹੜਾ ਖੇਡਣਾ ਸ਼ੁਰੂ ਕਰ ਦਿੱਤਾ, ਪਰ ਕੈਂਚੀ ਕੰਮ ਨਹੀਂ। ਉਸਦੇ ਭਰਾ ਨੇ ਦੱਸਿਆ ਕਿ ਕੈਂਚੀ ਦੇ ਬਲੇਡ ਖੁੰਡੇ ਹਿੱਸੇ ਨਾਲ ਕੱਟਣਾ ਔਖਾ ਹੈ। ਖੁੰਡੇ ਹਿੱਸੇ 'ਚ ਏਰੀਆ ਜ਼ਿਆਦਾ ਹੋ ਜਾਂਦਾ ਤੇ ਪ੍ਰੈਸ਼ਰ ਘੱਟ ਹੋ ਜਾਂਦਾ, ਕਿਉਂਕਿ ਖੁੰਡੇ ਬਲੇਡ ਤੇ ਦਬਾਅ ਤਿੱਖੇ ਬਲੇਡ ਨਾਲੋਂ ਡੈਸ਼ ਹੁੰਦਾ ਹੈ। ਖੁੰਡੇ ਬਲੇਡ ਤੇ ਦਬਾਅ, ਠੀਕ ਹੈ। ਹੁਣ ਤਿੱਖੇ ਬਲੇਡ ਨਾਲੋਂ ਦਬਾਅ ਕੀ ਹੋਊਗਾ ਜਿਹੜਾ ਹੈਗਾ, ਤੁਸੀਂ ਸਿੰਪਲ ਦੇਖੋ, ਆਹ ਤੁਹਾਡਾ ਪ੍ਰੈਸ਼ਰ ਹੈ, ਪ੍ਰੈਸ਼ਰ ਦਾ ਫਾਰਮੂਲਾ ਹੈ ਫੋਰਸ ਪਰ ਯੂਨਿਟ ਏਰੀਆ। ਜੇ ਏਰੀਆ ਜ਼ਿਆਦਾ ਹੋਵੇ ਤਾਂ ਪ੍ਰੈਸ਼ਰ ਘਟ ਜਾਂਦਾ ਹੈਗਾ, ਠੀਕ ਹੈ ਜੀ। ਪ੍ਰੈਸ਼ਰ ਘੱਟ ਆ ਗਿਆ ਇਹਦਾ ਮਤਲਬ ਤਿੱਖੀ ਨਹੀਂ। ਹੁਣ ਜਦੋਂ ਉਹ ਖੁੰਡੀ ਹੋ ਗਈ, ਖੁੰਡੀ ਹੋ ਗਈ ਦਾ ਮਤਲਬ ਹੈ ਕੈਂਚੀ ਤਿੱਖੀ ਨਹੀਂ ਹੈ, ਤਿੱਖੀ ਨਹੀਂ ਹੈ ਤਾਂ ਉਹਦਾ ਏਰੀਆ ਮੋਰ ਹੈ। ਸੋ ਏਰੀਆ ਤੁਹਾਡਾ ਮੋਰ ਹੈ, ਜੇ ਏਰੀਆ ਤੁਹਾਡਾ ਮੋਰ ਹੈ ਤਾਂ ਪ੍ਰੈਸ਼ਰ ਤੁਹਾਡਾ ਘੱਟ ਹੋਊਗਾ, ਠੀਕ ਹੈ ਜੀ। ਸੋ ਜੇ ਪ੍ਰੈਸ਼ਰ ਘੱਟ ਹੋਊਗਾ ਤਾਂ ਫਿਰ ਤੁਸੀਂ ਜ਼ੋਰ ਨਹੀਂ ਮਾਰੋਗੇ ਤੁਹਾਡੇ ਕੋਲ, ਠੀਕ ਹੈ। ਪੁੱਟ ਡੈਸ਼ ਪ੍ਰੈਸ਼ਰ ਐਜ਼ ਕੰਪੇਅਰ ਟੂ, ਸੋ ਲੈਸ ਪ੍ਰੈਸ਼ਰ ਹੁੰਦਾ ਜੀ, ਖਿਆਲ ਰੱਖਣਾ ਆਪਣਾ, ਠੀਕ ਹੋ ਗਿਆ ਜੀ। ਸੋ ਇਹ ਫਾਰਮੂਲੇ ਤੋਂ ਹੀ ਬਣਦਾ ਹੈਗਾ ਤੁਹਾਡੇ ਕੋਲ, ਇਹ ਚੀਜ਼ਾਂ ਦਾ ਆਪਾਂ ਨੇ ਖਿਆਲ ਰੱਖਣਾ ਹੈਗਾ ਤੁਹਾਡੇ ਕੋਲ, ਠੀਕ ਹੈ। ਸੋ ਉਸ ਤੋਂ ਬਾਅਦ ਹੈਗਾ ਹਾਕੀ ਖੇਡਦੇ ਹੋਏ ਖੇਡਦੇ ਸਮੇਂ ਮੈਦਾਨ ਵਿੱਚ ਗੇਂਦ ਨੂੰ ਸੱਟ ਮਾਰਦਾ ਹੈ, ਠੀਕ ਹੈ ਜੀ। ਉਹ ਕੀ ਕਰ ਰਿਹਾ, ਜਦੋਂ ਤੁਸੀਂ ਗੇਂਦ ਨੂੰ ਸੱਟ ਮਾਰਦੇ ਹੋ ਉਹਦੀ ਗਤੀ ਵੀ ਚੇਂਜ ਹੁੰਦੀ ਹੈ, ਉਹਦੀ ਦਿਸ਼ਾ ਵੀ ਬਦਲਦੀ ਹੈ। ਤੇ ਜੇ ਇੱਕ ਤੇ ਦੋ ਦੋਵੇਂ ਠੀਕ ਹੈ, ਤੇ ਇਨ ਕੇਸ ਗੇਂਦ ਪਲਾਸਟਿਕ ਦੀ ਹੋਵੇ, ਜ਼ੋਰ ਨਾ ਮਾਰੋ ਤਾਂ ਉਹਦੀ ਸ਼ਕਲ ਵੀ ਬਦਲ ਸਕਦੀ ਹੈ। ਤਾਂ ਮਤਲਬ ਫੋਰਸ ਦਾ ਇੰਪੈਕਟ ਹੈਗਾ, ਬਟ ਆਪਾਂ ਬੈਟਰ ਲਵਾਂਗੇ ਆਪਸ਼ਨ, ਆਪਾਂ ਗੇਂਦ ਹਾਕੀ ਵਾਲੀ ਮੰਨ ਕੇ ਚੱਲਦੇ ਹਾਂ, ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਵੀ ਹੋਗੀ। ਸਕੂਲ ਵਿੱਚ ਰੱਸ਼ਾ ਕੱਛੀ ਦੀ ਖੇਡ ਵਿੱਚ ਦੋਵੇਂ ਟੀਮਾਂ ਇੱਕ ਦੂਜੇ ਨੂੰ ਆਸਮਾਨ ਮੈਨੇ ਡਿਫਰੈਂਟ, ਠੀਕ ਹੈ, ਬਲ ਨਾਲ ਖਿੱਚਦੀਆਂ ਹਨ। ਇੱਕ ਬੰਦਾ ਇੱਧਰ ਨੂੰ ਖਿੱਚ ਰਿਹਾ, ਇੱਕ ਬੰਦਾ ਇੱਧਰ ਨੂੰ ਖਿੱਚ ਰਿਹਾ, ਤਾਂ ਫਿਰ ਇੱਧਰ ਨੂੰ ਬਲ ਜਿਹੜਾ ਹੈਗਾ ਤਾਂ ਦੋਨੋਂ ਉਲਟ ਦਿਸ਼ਾ 'ਚ ਖਿੱਚਣ ਤਾਂ ਬਲ ਦਾ ਅੰਤਰ ਆਉਂਦਾ, ਸੇਮ 'ਚ ਖਿੱਚਣ ਤਾਂ ਜੁੜਦੇ ਹੈ। ਸੋ ਦੋਹਾਂ ਬਲਾਂ ਦਾ ਅੰਤਰ ਹੋਏਗਾ ਨੈਟ ਫੋਰਸ, ਠੀਕ ਹੈ ਜੀ। ਸੋ ਅੱਗੇ ਜੀ ਤੁਹਾਡੇ ਕੋਲ ਠੀਕ ਹੈ, ਹਰਜੀਤ ਨੇ ਸਾਈਕਲ ਦੀ ਮੁਰੰਮਤ, ਇੱਕ ਮਿੰਟ ਰੁਕ ਜਾਓ ਜੀ। ਹਾਂਜੀ, ਹਰਜੀਤ ਨੇ ਆਪਣੇ ਸਾਈਕਲ ਦੀ ਮੁਰੰਮਤ ਕਰਾਉਣ ਲਈ ਇੱਕ ਮਕੈਨਿਕ ਕੋਲ ਗਿਆ। ਮਕੈਨਿਕ ਨੇ ਉਹਨੂੰ ਦਿਖਾਏ ਪੁਰਜੇ ਨੂੰ ਬਦਲਣ ਦੀ ਸਲਾਹ ਦਿੱਤੀ। ਸੋ ਇਹ ਬੈਲ ਬੈਰਿੰਗ ਹੈ ਜੀ ਤੁਹਾਡੇ ਕੋਲ, ਬੈਰਿੰਗ ਹੈ, ਆਪਾਂ ਉਹਨੂੰ ਸ਼ਕਲ ਦੇਖ ਕੇ ਹੀ ਪਤਾ ਲੱਗ ਜਾਂਦਾ। ਅਧਿਆਪਕ ਦੇ ਕੁਝ ਬੂੰਦਾਂ ਆਪਾਂ ਤੇਜ਼ਾਬ ਦੀਆਂ ਪਾਣੀ ਵਿੱਚ ਪਾ ਦਈਏ ਤਾਂ ਚਾਲਕ ਬਣ ਜਾਂਦਾ ਜੀ। ਵੈਸੇ ਸ਼ੁੱਧ ਪਾਣੀ ਜਿਹੜਾ ਹੈ, ਇਹ ਯਾਦ ਰੱਖਿਓ, ਸ਼ੁੱਧ ਪਾਣੀ ਕੁਚਾਲਕ ਹੈ, ਉਹ 'ਚੋਂ ਬਿਜਲੀ ਨਹੀਂ ਲੰਘਦੀ, ਪਰ ਕੁਝ ਬੂੰਦਾਂ ਤੇਜ਼ਾਬ ਪਾਉਣ ਨਾਲ ਚਾਲਕ ਬਣ ਜਾਂਦਾ ਹੈ। ਸੋ ਡਿਸਟਿਲਡ ਵਾਟਰ ਜਿਹੜਾ ਹੁੰਦਾ ਸੋ ਚਾਲਕ ਬਣ ਜਾਏਗਾ ਜੀ। ਇਹਨੇ ਲਿਖਿਆ ਕੁਝ ਬੂੰਦਾਂ ਤੇਜ਼ਾਬ ਦੀਆਂ, ਔਰ ਤੁਸੀਂ ਸਿੰਪਲ ਜੀ ਗੱਲ ਹੋ, ਜੇ ਨਿੰਬੂ ਵੀ ਮਿਲਾ ਦੋ ਨਾ, ਨਿੰਬੂ ਵੀ ਜਿਹੜਾ ਹੈਗਾ ਤੇਜ਼ਾਬ ਹੁੰਦਾ ਹੈਗਾ, ਤਾਂ ਉਹਦਾ ਵੀ ਉਹੀ ਅਸਰ ਰਹਿਣਾ, ਠੀਕ ਹੈ ਜੀ। ਸੋ ਸਾਰੀ ਸ਼ੀਟ ਆਪਾਂ ਸੋਲਵ ਕਰਤੀ ਜੀ। ਸੋ ਜੇ ਐਂਡ ਤੱਕ ਪਹੁੰਚੇ ਹੋ ਤਾਂ ਦੇਖਦਾ ਵਿੱਚ ਹੀ ਛੱਡ ਗਏ ਹੋ ਤਾਂ ਖਤਮ ਹੋ ਗਈ ਨਾ ਸਟੋਰੀ। ਜਿਹੜਾ ਐਂਡ ਤੱਕ ਪਹੁੰਚੇ ਤਾਂ ਲਾਈਕ ਵੀ ਕਰ ਦਿਓ ਜੀ, ਸੋ ਕਮੈਂਟ ਵੀ ਕਰ ਦਿਓ ਜੀ। ਜੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਦਿਓ, ਠੀਕ ਹੈ ਜੀ। ਥੈਂਕ ਯੂ।